ਬਾਬਿਓ ਮੁਬਾਰਕ ਹੋਵੇ ਉਹ ਵਾਲਾ ਚੰਨ ਚੜ ਗਿਆ ਜਿਹੜਾ ਆਸ਼ਕਾਂ ਦੇ ਸੀਨੇ ਨੂੰ ਠਾਰਦਾ ਤੇ ਮੁਨਕਰਾਂ ਦੇ ਸੀਨੇ ਨੂੰ ਸਾਰਦਾ। खुश आज आशिकों का। अस्सलाम वालेकुम। ਐਡੀ ਵੱਡੀ ਗੱਲ ਮੁਫਤੀ ਉਸਮਾਨ ਅਤਾਰੀ ਨੇ ਕੀਤੀ ਹੈ ਕਿ ਇਹ ਚੰਨ ਚੜ੍ਹ ਗਿਆ ਜਿਹਨਾਂ ਮੁਨਕਰਾਂ ਦੇ ਦਿਲ ਨੂੰ ਸਾੜਦਾ ਹੈ ਤੇ ਆਸ਼ਕਾਂ ਦੇ ਦਿਲਾਂ ਨੂੰ ਠਾਰਦਾ ਹੈ। ਐਡੀ ਵੱਡੀ ਗੱਲ ਕਰਕੇ ਤੇ ਇਹਨਾਂ ਨੇ ਤੇ ਸਭ ਨੂੰ ਹੀ ਮੁਨਕਰ ਬਣਾ ਦਿੱਤਾ ਸਿਵਾਏ ਇਬਲੀਸ ਕੇ ਸਭੀ ਖੁਸ਼ੀਆਂ ਮਨਾ ਰਹੇ हैं। ਯਾਨੀ ਕਿ ਜਦੋਂ ਸਾਡੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੁਨੀਆ 'ਤੇ ਆਏ ਤੇ ਅੱਲਾਹ ਪਾਕ ਨੇ ਉਹਨਾਂ ਨੂੰ ਰਬੀਉਲ ਅਵਲ ਦੇ ਮਹੀਨੇ 'ਚ ਭੇਜਿਆ ਤੇ ਅੱਲਾਹ ਪਾਕ ਨੇ ਉਸ ਮਹੀਨੇ ਨੂੰ ਹੁਰਮਤ ਵਾਲਾ ਕਿਉਂ ਨਾ ਬਣਾਇਆ। ਅੱਲਾਹ ਪਾਕ ਨੇ 4 ਮਹੀਨੇ ਹੁਰਮਤ ਵਾਲੇ ਬਣਾਏ ਜਿਨ੍ਹਾਂ 'ਚੋਂ ਰਜਬ, ਜ਼ਿਲਕਦਾ, ਜ਼ਿਲਹੱਜਾ ਤੇ ਮੁਹर्रम। ਅੱਲਾਹ ਪਾਕ ਨੇ 4 ਮਹੀਨੇ ਜਿਹੜੇ ਸਨ ਹੁਰਮਤ ਵਾਲੇ ਬਣਾਏ। ਅੱਲਾਹ ਪਾਕ ਨੂੰ ਨਹੀਂ ਸੀ ਪਤਾ ਨੌਜ਼ੁ ਬਿल्ला ਕਿ ਮੇਰੇ ਨਬੀ ਨੇ ਰਬੀਉਲ ਅਵਲ 'ਚ ਆਉਣਾ ਤੇ ਮੈਂ ਇਹਨੂੰ ਵੀ ਹੁਰਮਤ ਵਾਲਾ ਬਣਾ ਦਿਆਂ। ਚਲੋ ਉਹ ਹੁਣ ਤੁਸੀਂ ਅੱਲਾ ਨੂੰ ਯਾਦ ਕਰਾਓਗੇ ਕਿ ਅੱਲਾਹ ਪਾਕ ਇਹਨਾਂ ਦਾ ਤਾਂ ਰੁਤਬਾ ਇੰਨਾ ਵੱਡਾ ਸੀ ਤੇ ਸਿਵਾਏ ਇਬਲੀਸ ਤੋਂ ਸਾਰੇ ਖੁਸ਼ੀਆਂ ਮਨਾਉਂਦੇ ਨੇ। ਇਬਲੀਸ ਤੋਂ ਇਲਾਵਾ ਖੁਸ਼ੀਆਂ ਕਿਹੜੇ ਮਨਾਉਂਦੇ ਨੇ। ਉਹਨਾਂ ਦੀ ਵਾਲਦਾ ਦੇ ਕੋਲ ਇਹ 6 ਸਾਲ ਰਹੇ, ਉਹਨਾਂ ਨੇ ਖੁਸ਼ੀ ਨਾ ਮਨਾਈ, ਉਹਨਾਂ ਦੀ ਕੋਈ ਬਰਥਡੇ ਨਾ ਕੀਤੀ ਗਈ। ਅੰਮਾ ਹਲੀਮਾ ਜਿਹੜੇ ਜਿਨ੍ਹਾਂ ਨੇ ਦੁੱਧ ਪਿਲਾਇਆ ਉਹਨਾਂ ਨੇ ਇਹਨਾਂ ਦੀ ਬਰਥਡੇ ਕੋਈ ਨਾ ਕੀਤੀ। ਫਿਰ ਉਸ ਤੋਂ ਬਾਅਦ ਜਵਾਨ ਹੁੰਦੇ ਕਿੰਨੇ ਰਿਸ਼ਤੇ ਉਹਨਾਂ ਦੇ ਬਣੇ। ਫਿਰ ਹਜ਼ਰਤ ਅਬੂ ਬਕਰ ਸਦੀਕ ਇਹਨਾਂ ਦੇ ਇੰਨੇ ਕਲੋਜ਼ ਕਰੀਬੀ ਦੋਸਤ ਵੀ ਸਨ ਤੇ ਫਿਰ ਰਿਸ਼ਤੇ 'ਚ ਸੁਸਰ ਵੀ ਲੱਗਦੇ ਸਨ। ਫਿਰ ਹਜ਼ਰਤ ਅਲੀ ਅਲੈਹਿਸਲਾਮ, ਫਿਰ ਉਹਨਾਂ ਦੀ ਯਾਨੀ ਕਿ ਨਾ ਆਪਣੀਆਂ ਔਲਾਦਾਂ ਹੋ ਗਈਆਂ, ਬੀਵੀਆਂ ਹੋ ਗਈਆਂ, ਸਾਰੀ ਯਾਨੀ ਕਿ ਇੰਨਾ ਵੱਡਾ ਉਹਨਾਂ ਦਾ ਕੁਨਬਾ ਖਾਨਦਾਨ ਬਣ ਗਿਆ ਤੇ ਉਹਨਾਂ ਕਿਸੇ ਨੇ ਨਹੀਂ ਖੁਸ਼ੀਆਂ ਮਨਾਈਆਂ ਕਿਉਂਕਿ ਉਹ ਸਿਵਾਏ ਇਬਲੀਸ ਤੋਂ ਕਿੰਨੇ ਖੁਸ਼ੀਆਂ ਮਨਾਉਣੀਆਂ ਸਨ। ਇਹ ਤੇ ਇਹਨਾਂ ਨੂੰ ਹੁਣ ਆ ਕੇ ਪਤਾ ਚੱਲਿਆ ਨਾ ਕਿ ਇਹ ਤੇ ਨਬੀ ਸਨ ਤੇ ਅਸੀਂ ਸਾਰਿਆਂ ਨੇ ਖੁਸ਼ੀਆਂ ਮਨਾਉਣੀਆਂ ਨੇ। ਇਹ ਉਦੋਂ ਵੀ ਨਬੀ ਸਨ। ਚਲੋ ਨਬੂਵਤ ਦੇ ਜਿਹੜੇ ਨੇ 23 ਸਾਲ ਉਹ ਕਰ ਲਵੋ, ਬਾਕੀ 63 ਸਾਲ ਦੀ ਜਿਹੜੀ ਉਮਰ ਸੀ ਨਾ ਉਹਨਾਂ 'ਚੋਂ ਕੱਢ ਦਿਓ ਤੇ 23 ਸਾਲ ਜਿਹੜੇ ਸਨ ਨਬੂਵਤ ਦੇ ਉਦੋਂ ਵੀ ਨਾ ਕਿਸੇ ਨੂੰ ਪਤਾ ਚੱਲਿਆ ਕਿ ਆ ਨਬੀ ਹੋ ਗਏ ਨੇ ਤੇ ਇਹਨਾਂ ਦਾ ਜਿਹੜਾ ਵੇ ਅਸੀਂ ਜਸ਼ਨ ਮਨਾਉਣਾ ਹੈ, ਇਹਨਾਂ ਦੀ ਅਸੀਂ ਸਾਲਗਿਰਾ ਕਰਨੀ ਹੈ। ਆਪ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਿੰਦਗੀ 'ਚ 63 ਦਫਾ ਰਬੀਉਲ ਅਵਲ ਦਾ ਮਹੀਨਾ ਆਇਆ ਤੇ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੀ ਪੈਦਾਇਸ਼ ਵਾਲੇ ਦਿਨ ਦਾ ਰੋਜ਼ਾ ਰੱਖਦੇ ਹੁੰਦੇ ਸਨ ਤੇ ਉਸ ਰੋਜ਼ਾ ਰੱਖਣ ਦੀ ਕੀ ਨਿਸਬਤ ਸੀ ਕਿ ਤਾਂ ਕਿ ਉਹ ਕੁਰਬੇ ਕਿਆਮਤ ਲੋਕ ਇਹੋ ਜਿਹੀਆਂ ਖੁਰਾਫਾਤ ਨਾ ਕਰ ਸਕਣ ਤਾਂ ਕਿ ਮੇਰੇ ਦਿਨ ਨੂੰ ਮਨਾਉਣ ਨਾ ਲੱਗ ਪੈਣ। ਨਬੀ ਸਨ, ਵਹੀ ਆ ਜਾਂਦੀ ਸੀ, ਅੱਲਾ ਦੀ ਤਰਫੋਂ ਇਲਹਾਮ ਹੋ ਜਾਂਦਾ ਸੀ ਤੇ ਉਹਨਾਂ ਨੇ ਰੋਜ਼ਾ ਰੱਖਿਆ ਤਾਂ ਕਿ ਲੋਕ ਜਿਹੜੇ ਗੁੰਮਰਾਹ ਨਾ ਹੋ ਜਾਣ। ਪਰ ਜਿਹੜੇ ਲੋਕ ਗੁੰਮਰਾਹ ਹੋ ਜਾਣ, ਜਿਨ੍ਹਾਂ ਦੇ ਦਿਲਾਂ 'ਤੇ ਮੋਹਰਾਂ ਲੱਗ ਜਾਣ, ਉਹਨਾਂ ਨੂੰ ਹੁਣ ਅੱਲਾ ਹੀ ਹਦਾਇਤ ਦੇ ਸਕਦਾ ਵੇ। ਐਡੀ ਵੱਡੀ ਗੱਲ ਮੂੰਹ 'ਚੋਂ ਕੱਢਣ ਲੱਗਿਆ ਪਹਿਲੇ ਇਨਸਾਨ ਦੇਖ ਤੇ ਲਵੇ ਕਿ ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਕਿੰਨੇ ਰਿਸ਼ਤੇ ਜੁੜੇ ਸਨ। ਉਹਨਾਂ ਦੇ ਕਰੀਬੀ ਰਿਸ਼ਤੇ ਕਹਿ ਲਵੋ, ਜਿਹੜੀ ਉਹਨਾਂ ਦੀ ਬੀਵੀ ਸਨ ਅੰਮਾ ਆਸ਼ਾ, ਉਹਨਾਂ ਤੋਂ 47 ਸਾਲ ਬਾਅਦ ਜਾ ਕੇ ਉਹਨਾਂ ਦੀ ਵਫਾਤ ਹੋਈ। ਉਹਨਾਂ ਨੇ ਉਹਨਾਂ ਦੀ ਜ਼ਿੰਦਗੀ 'ਚ ਵੀ ਤੇ ਜ਼ਿੰਦਗੀ 'ਚੋਂ ਬਾਅਦ ਵੀ ਕਦੀ ਨਹੀਂ ਸੀ ਉਹਨਾਂ ਦਾ ਇਹ ਜਿਹੜਾ ਜਸ਼ਨ ਮਨਾਇਆ। ਉਹਨਾਂ ਨਹੀਂ ਸੀ ਪਤਾ ਕਿ ਇਹ ਰਬੀਉਲ ਅਵਲ ਜਿਹੜਾ ਹੈ ਜਸ਼ਨ ਈਦ ਮਿਲਾਦੁਨ ਨਬੀ ਵੀ ਹੈ, ਅਸੀਂ ਇਹਨਾਂ ਨੂੰ ਮਨਾਈਏ। ਕਿਸੇ ਸਹਾਬਾ ਨੇ, ਕਿਸੇ ਤਬਾ ਤਬਈਨ ਨੇ, ਕਿਸੇ ਨੇ ਨਹੀਂ ਮਨਾਇਆ। ਹੁਣ ਆ ਕੇ ਤੁਹਾਨੂੰ ਪਤਾ ਲੱਗਾ ਹੈ ਕਿ ਇਹ ਕੰਮ ਤੇ ਅਸੀਂ ਕਰਨਾ ਸੀ। ਇਹ ਉਦੋਂ ਕਿਉਂ ਨਾ ਕੀਤਾ। ਸਿਵਾਏ ਇਬਲੀਸ ਕੇ ਸਭੀ ਖੁਸ਼ੀਆਂ ਮਨਾ ਰਹੇ हैं। ਯਾਨੀ ਕਿ ਇਹ ਸਾਰੇ ਇਬਲੀਸ ਸਨ ਜਿਹੜੇ ਖੁਸ਼ੀਆਂ ਨਹੀਂ ਸਨ ਮਨਾਉਂਦੇ। ਇਹ ਹੁਣ ਆ ਕੇ ਤੇ ਮੁਸਲਮਾਨ ਹੋਏ ਨੇ, ਇਹਨਾਂ ਨੂੰ ਪਤਾ ਚੱਲਿਆ ਕਿ ਰਬੀਉਲ ਅਵਲ ਕੀ ਹੁੰਦਾ ਹੈ। ਖੁਦਾਰਾ ਇਹਨਾਂ ਖੁਰਾਫਾਤ 'ਚੋਂ ਨਿਕਲੋ। ਇਹ ਕੋਈ ਲੜਾਈ ਝਗੜੇ ਦਾ ਦਿਨ ਨਹੀਂ ਹੁੰਦਾ। ਜਦੋਂ ਇਹ ਰਬੀਉਲ ਅਵਲ ਆਉਂਦਾ ਨਾ ਤੇ ਨਾਲ ਹੀ ਹੋ ਜਾਂਦਾ ਅਸੀਂ ਸੁੰਨੀ, ਅਸੀਂ ਵਹਾਬੀ। ਉਹ ਜਿਹੜੇ ਨਹੀਂ ਮਨਾਉਂਦੇ ਉਹ ਹਵਾਬੀ ਨੇ, ਉਹ ਅਹਿਲੇ ਹਦੀਸ ਨੇ ਤੇ ਜਿਹੜੇ ਮਨਾਉਂਦੇ ਨੇ ਉਹ ਸੁੰਨੀ ਨੇ। ਚਲੋ ਅੱਲਾਹ ਤਾਲਾ ਤੁਹਾਨੂੰ ਤੌਫੀਕ ਦੇਵੇ ਨੇਕੀਆਂ ਕਰਨ ਦੀ ਤੇ ਨਬੀ ਦੀ ਸੁਨਤ ਨੂੰ ਕਦੀ ਪੂਰਾ ਤੇ ਕਰਕੇ ਵੇਖੋ। ਨਬੀ ਦੀ ਸੁਨਤ ਸਿਰਫ ਇਹ ਤਾਂ ਨਹੀਂ ਹੈਗੀ ਕਿ ਝੰਡੀਆਂ ਲਾ ਲੈਣਾ, ਬਾਜ਼ਾਰ ਸਜਾ ਲੈਣੇ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਤਾਂ ਸਭ ਤੋਂ ਬੁਰੀ ਜਗ੍ਹਾ ਜਿਹੜੀ ਸੀ ਨਾ ਬਾਜ਼ਾਰ ਜਾਣਾ, ਉਹਨੂੰ ਨਾਪਸੰਦ ਫਰਮਾਇਆ ਤੇ ਤੁਸੀਂ ਉਹੀ ਸਜਾਉਂਦੇ ਜੇ। ਘਰਾਂ ਦੇ ਵਿੱਚ ਲਾਈਟਾਂ ਲਾਉਣੀਆਂ ਉਦੋਂ ਚਲੋ ਨਹੀਂ ਸੀ ਰਿਵਾਜ ਹੈਗਾ। ਅੱਲਾਹ ਤਾਲਾ ਦੀ ਤਰਫੋਂ
ਉਹ ਗੁਰਬਤ ਸੀ ਇੰਨੀ ਕਿ ਘਰ ਦੀ ਰੋਟੀ ਨਹੀਂ ਸੀ ਪੂਰੀ ਹੁੰਦੀ। ਹੁਣ ਤੁਸੀਂ ਦੱਸੋਗੇ ਕਿ ਤੁਹਾਡੇ ਕੋਲ ਇੰਨਾ ਪੈਸਾ ਹੈ, ਤੁਸੀਂ ਨਬੀ ਦੀ ਉਮਤ ਹੋ ਕੇ ਏਡੀ ਅਯਾਸ਼ੀ ਕਰਨ ਲੱਗਿਆ। ਪਹਿਲੇ ਆਪਣਾ ਸੋਚ ਤੇ ਲਵੋ ਕਿ ਅਸੀਂ ਕਿਸ ਜ਼ਾਤ ਦੇ ਪਿੱਛੇ ਏਡਾ ਮਜ਼ਾਕ ਕਰਦੇ ਹਾਂ, ਦੀਨ ਦਾ ਮਜ਼ਾਕ ਉਡਾਉਂਦੇ ਹਾਂ। ਇਹ ਦੀਨ ਦਾ ਮਜ਼ਾਕ ਹੀ ਹੈ ਨਾ। ਇੱਕ ਦਿਨ ਇਹਨਾਂ ਲੋਕਾਂ ਨੇ ਫਿਕਸ ਕੀਤਾ ਹੈ ਕਿ ਇਸ ਦਿਨ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੁਨੀਆ 'ਤੇ ਤਸ਼ਰੀਫ ਲਿਆਏ ਸਨ। ਚਲੋ ਠੀਕ ਹੋ ਗਿਆ, 12 ਰਬੀਉਲ ਅੱਵਲ, ਹਾਲਾਂਕਿ ਹੈ ਨਹੀਂ। ਅਸੀਂ ਛੋਟੇ ਹੁੰਦੇ ਸਨ ਨਾ, ਅਤੇ ਕਹਿੰਦੇ ਹੁੰਦੇ ਸੀ 12 ਫਾਤ ਹੈ, ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਵਫਾਤ ਦਾ ਦਿਨ ਹੈ। ਅਤੇ ਉਹ ਹੁੰਦਿਆਂ ਮੁੜ ਕੇ ਜਸ਼ਨ ਈਦ ਮਿਲਾਦ ਨਬੀ 'ਚ ਬਦਲ ਗਿਆ। ਇਹ ਇੱਕ ਬਾਦਸ਼ਾਹ ਸੀ ਜਿਹਨੇ 600 ਸਾਲ ਬਾਅਦ ਜਾ ਕੇ ਤੇ ਆਪ ਸੱਲੱਲਾਹੁ ਅਲੈਹਿ ਵਸੱਲਮ ਦੀ ਇਹ ਵਾਲੀ ਰਸਮ ਚਲਾਈ ਕਿ ਇਸ ਦਿਨ ਨੂੰ ਮਨਾਉਣਾ ਚਾਹੀਦਾ। ਅੱਲਾਹ ਤਾਲਾ ਨੇ ਇਸ ਦਿਨ 'ਚ ਮਸ਼ਰਕ ਤੋਂ ਮਗਰਬ ਝੰਡੇ ਲਾਤੇ ਸਨ, ਕੋਲੋਂ ਹੀ ਗੱਲਾਂ ਬਣਾਈਆਂ, ਕੋਲੋਂ ਹੀ ਕਹਾਣੀਆਂ ਬਣਾਈਆਂ। ਅੱਲਾ ਇਹਨਾਂ ਨੂੰ ਹਦਾਇਤ ਦੇਵੇ, ਕਿਉਂਕਿ ਕੁਰਾਨ ਪਾਕ ਤੋਂ ਜਦੋਂ ਦੂਰੀ ਹੋਵੇ ਨਾ, ਇਨਸਾਨ ਜੋ ਮਰਜ਼ੀ ਕਰਦਾ ਰਹਿੰਦਾ ਅਤੇ ਇਨਸਾਨ ਜੋ ਸੁਣਦਾ ਨਾ ਉਹ ਅੱਗੇ ਪੇਸ਼ ਕਰਦਾ ਜਾਂਦਾ। ਹਾਲਾਂਕਿ ਸੁਣੀ ਸੁਣਾਈ ਗੱਲ ਜਿਹੜੀ ਹੁੰਦੀ ਨਾ ਉਹਦੇ ਵਿੱਚ ਇਖਤਲਾਫਾਤ ਹੋ ਜਾਂਦੇ ਨੇ, ਲੇਕਿਨ ਜਦੋਂ ਖੁਦ ਪੜ੍ਹੋ ਨਾ ਤੇ ਉਦੋਂ ਸਾਰੇ ਜਿਹੜੇ ਨਾ ਉਹ ਵਹਿਮ ਗਿਲੇ ਸ਼ਿਕਵੇ ਸਾਰੇ ਨਿਕਲ ਜਾਂਦੇ ਨੇ ਕਿ ਅਸੀਂ ਅੱਖਾਂ ਨਾਲ ਵੇਖ ਕੇ ਪੜ੍ਹ ਲਿੱਤਾ। ਅਤੇ ਲਿਹਾਜ਼ਾ ਮੇਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀਨ ਦੀ ਤਾਲੀਮ ਲੈ ਕੇ ਆਏ ਸਨ, ਕੁਰਾਨ ਪਾਕ ਨੂੰ ਲੈ ਕੇ ਆਏ ਸਨ ਅਤੇ ਉਹਦੇ ਜ਼ਰੀਏ ਸਾਨੂੰ ਤਾਲੀਮ ਦਿੱਤੀ ਸੀ। ਮੇਨ ਮਕਸਦ ਕੀ ਸੀ ਕਿ ਆਪਣਿਆਂ ਦੇ ਨਾਲ ਅੱਛਾ ਸਲੂਕ ਕਰਨਾ, ਕਿਸੇ ਦੇ ਨਾਲ ਬਦ ਇਖਲਾਕੀ ਨਾ ਕਰਨਾ, ਇਖਲਾਕ ਅੱਛੇ ਕਰਨਾ। ਹੁਣ ਸਿਰਾਂ 'ਤੇ ਟੋਪੀਆਂ ਨੇ ਅਤੇ ਇੱਜ਼ਤਾਂ ਉਛਾਲੀਆਂ ਜਾਂਦੀਆਂ ਨੇ। ਇਸ ਮੁਲਕ ਦੇ ਵਿੱਚ 1.5 ਸਾਲ ਦੀ ਬੱਚੀ ਦੇ ਨਾਲ ਜ਼ਿਆਦਤੀ ਹੋਣਾ ਇਹ ਬਹੁਤ ਲਮਹਾ ਫਿਕਰੀਆ ਵੇ। ਇਹ ਨਬੀ ਦੀ ਉਮਤ ਹੈ, ਇਹ ਪਿੱਛੇ ਜੇ ਇਹ ਵਾਕਿਆ ਹੋਇਆ ਵੇ, ਨਾਲ ਹੀ 14 ਅਗਸਤ ਆ ਗਈ ਹੈ। ਇਸੇ ਉਮਤ ਦੀ ਧੀਆਂ ਭੈਣਾਂ ਨੇ ਸਿਰਾਂ ਤੋਂ ਦੁਪੱਟੇ ਲਾਏ ਬੇਹਯਾਈ ਦੇ, ਉਹ ਇਹਨਾਂ ਨੇ ਜਿਹੜਾ ਹੈ ਫਹਾਸ਼ੀ ਦੇ ਕੰਮ ਕੀਤੇ, ਇਕੱਠੇ ਕੁੜੀਆਂ ਮੁੰਡਿਆਂ ਨੇ ਡਾਂਸ ਕੀਤੇ 14 ਅਗਸਤ ਦੇ ਉੱਤੇ। ਉਸ ਤੋਂ ਬਾਅਦ ਨਾਲ ਹੀ ਰਬੀਉਲ ਅੱਵਲ ਆਇਆ ਅਤੇ ਨਾਲ ਹੀ ਮੋਮਨਾ ਬਣ ਜਾਂਦੀਆਂ ਨੇ। ਇਹ ਕਿਸ ਤਰ੍ਹਾਂ ਦਾ ਦੀਨ ਹੈ ਦਿਖਾਵੇ ਦਾ। ਉਹ ਦਿਨ ਦੂਰ ਨਹੀਂ ਹੈਗਾ ਜਦੋਂ ਅੱਲਾ ਦੀ ਪਕੜ ਆ ਜਾਣੀ ਹੈ, ਜਦੋਂ ਅੱਲਾ ਨੇ ਸਾਰੇ ਜਿਹੜੇ ਨੇ ਨਾ ਤੁਹਾਡੇ ਚੱਟੇ ਕੱਟੇ ਖੋਲ ਕੇ ਤੁਹਾਡੇ ਅੱਗੇ ਰੱਖ ਦੇਣੇ ਨੇ। ਉੱਥੇ ਤੇ ਤੁਹਾਡੇ ਮੂੰਹ ਬੰਦ ਹੋ ਜਾਣੇ ਨੇ। ਅੱਲਾ ਨੇ ਜ਼ੁਬਾਨਾਂ ਲਾ ਦੇ ਦੇਣੇ ਨੇ ਤੁਹਾਡੇ ਆਪਣੇ ਜਿਸਮ ਦੇ ਹਿੱਸਿਆਂ ਨੂੰ। ਹੱਥ ਬੋਲਣ ਲੱਗ ਪੈਣਗੇ, ਪੈਰ ਬੋਲਣ ਲੱਗ ਪੈਣਗੇ, ਅੱਖਾਂ ਬੋਲਣ ਲੱਗ ਪੈਣਗੀਆਂ। ਅੱਲਾਹ ਤਾਲਾ ਨੂੰ ਤੁਹਾਡੇ ਸਾਰੇ ਮਾਮਲੇ ਬਿਆਨ ਕੀਤੇ ਜਾਣਗੇ। ਕਿਹਦੇ ਅੱਗੇ ਝੂਠ ਬੋਲ ਸਕੋਗੇ, ਦਾएं ਬਾएं ਕਿਸੇ ਪਾਸੇ ਨਹੀਂ ਜਾ ਸਕੋਗੇ। ਅਤੇ ਅੱਲਾਹ ਪਾਕ ਤੁਹਾਨੂੰ ਹਦਾਇਤ ਦੇਵੇ। ਅਤੇ ਇਹ ਜਿਨ੍ਹਾਂ ਨੇ ਬਿਦਾਤ ਸ਼ੁਰੂ ਕੀਤੀਆਂ ਨੇ, ਕਿਉਂਕਿ ਦੀਨ ਦੇ ਵਿੱਚ ਜਿਹੜੀ ਕੋਈ ਗੱਲ ਐਡ ਕੀਤੀ ਜਾਂਦੀ, ਜਿਹੜੀ ਕੋਈ ਸ਼ਾਮਿਲ ਕੀਤੀ ਜਾਂਦੀ ਨਾ ਆਪਣੇ ਕੋਲੋਂ ਗੱਲ, ਉਹਨੂੰ ਬਿਦਅਤ ਕਹੀਦਾ ਉਹਨੂੰ, ਕਿਉਂਕਿ ਉਹ ਇਸਲਾਮ ਦਾ ਹਿੱਸਾ ਹੀ ਨਹੀਂ ਹੁੰਦੀ। ਤੁਸੀਂ ਇਸਲਾਮ ਦੇ ਵਿੱਚ ਜਦੋਂ ਇਹ ਕੰਮ ਕਰੋਗੇ ਨਾ, ਚਾਹੇ ਨਬੀ ਦੀ ਮੁਹੱਬਤ 'ਚ ਹੀ ਕਰੋਗੇ, ਲੇਕਿਨ ਜਿਹੜਾ ਜਾਇਜ਼ ਨਹੀਂ ਹੈਗਾ ਨਾ ਉਹਦਾ ਤੁਹਾਨੂੰ ਕੋਈ ਅਜਰ ਵੀ ਨਹੀਂ ਮਿਲਣਾ। ਇਹ ਨੇਕੀਆਂ ਹਵਾ 'ਚ ਉੱਡ ਜਾਣਗੀਆਂ ਤੁਹਾਡੀਆਂ। ਅਤੇ ਅੱਲਾਹ ਤਾਲਾ ਤੁਹਾਨੂੰ ਨੇਕੀਆਂ ਸਮੇਟਣ ਦੀ ਤੌਫੀਕ ਦੇਵੇ। ਅਤੇ ਕੋਈ ਐਸਾ ਭੈਣ ਭਰਾ ਵੇਖੋ, ਕੋਈ ਐਸਾ ਹਮਸਾਇਆ ਵੇਖੋ, ਕਿਸੇ ਦੇ ਘਰ ਸਾਲਨ ਨਾ ਪੱਕਾ ਹੋਵੇ, ਕਿਸੇ ਦੇ ਘਰ ਰਾਸ਼ਨ ਨਾ ਆਉਣ ਵਾਲਾ ਹੋਵੇ, ਕਿਸੇ ਦੇ ਬੱਚਿਆਂ ਦੀ ਫੀਸ ਦੇਣ ਵਾਲੀ ਹੈ, ਕਿਸੇ ਦਾ ਕੋਈ ਬਿੱਲ ਦੇਣ ਵਾਲੇ ਨੇ, ਕਿਸੇ ਦਾ ਕੋਈ ਕਿਰਾਇਆ, ਘਰਾਂ ਦੇ ਕਿਰਾਏ ਦੇਣ ਵਾਲੇ ਨੇ, ਉਹਨਾਂ ਲੋਕਾਂ ਦੀ ਮਦਦ ਕਰੋ। ਲੋਕਾਂ ਨੂੰ ਖਵਾ ਲਓ। ਇਹ ਕੀ ਰਸਮਾਂ ਹੋਈਆਂ, ਇਹ ਕੀ ਮਿਲਾਦ ਹੋਣਗੇ ਅਤੇ ਇਹਨਾਂ ਖਾਣਾ ਪਕਾ ਕੇ ਲੋਕਾਂ ਨੂੰ ਦਿੰਦੇ ਜੇ। ਸਾਰਾ ਸਾਲ ਜੋ ਤੁਸੀਂ ਲੋਕਾਂ ਨਾਲ ਨੇਕੀਆਂ ਕਰੋ ਅਤੇ ਉਹਦਾ ਅਜਰ ਜ਼ਿਆਦਾ ਵੇ, ਜਾਂ ਇੱਕ ਦਿਨ ਜਿਹੜਾ ਵੇ ਲੋਕਾਂ ਦੀਆਂ ਛਿੱਲਾਂ ਲਾ ਕੇ ਲੋਕਾਂ ਨੂੰ ਖਵਾਉਣਾ ਜੇ। ਅਤੇ ਲੋਕਾਂ ਨੂੰ ਵੈਸੇ ਹੀ ਸਾਰਾ ਸਾਲ ਜਿਹੜਾ ਹੈ ਉਹ ਆਸਾਨੀਆਂ ਪੈਦਾ ਕਰੋ ਲੋਕਾਂ ਵਾਸਤੇ, ਤਾਂ ਕਿ ਅੱਲਾ ਦੇ ਨਬੀ ਦਾ ਦੀਨ ਜਿਹੜਾ ਨਾ ਨਜ਼ਰ ਆਵੇ, ਤਾਂ ਕਿ ਤੁਹਾਨੂੰ ਦੱਸਣਾ ਨਾ ਪਵੇ ਅਸੀਂ ਮੁਸਲਮਾਨ ਹਾਂ, ਅਸੀਂ ਮੋਮਨ ਹਾਂ, ਤਾਂ ਕਿ ਤੁਹਾਡੀਆਂ ਸ਼ਕਲਾਂ ਦੇ ਉੱਤੋਂ ਪਤਾ ਚੱਲ ਸਕੇ। ਹੁਣ ਏਡੀਆਂ ਪੱਗਾਂ ਵੀ ਪਾਈਆਂ ਨੇ, ਸ਼ਕਲਾਂ 'ਤੇ ਲਾਹਨਤਾਂ ਨੇ, ਦਾੜ੍ਹੀਆਂ ਵੀ ਨੇ, ਅਤੇ ਕੋਈ ਮੋਮਨਾਂ ਵਾਲੀ ਗੱਲਾਂ ਨਹੀਂ ਹੈਗੀਆਂ। ਅਤੇ ਅੱਲਾਹ ਪਾਕ ਤੁਹਾਡੇ ਅਤੇ ਮੇਰੇ ਦੀਨ 'ਚ ਇਜ਼ਾਫਾ ਕਰੇ। ਅੱਲਾਹ ਸਾਨੂੰ ਸਭ ਨੂੰ ਦੀਨ ਦੇ ਕੋਲ ਲੈ ਕੇ ਜਾਵੇ, ਅਤੇ ਜਿਹੋ ਜਿਹਾ ਦੀਨ ਮੇਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਘਰ ਤੋਂ ਸ਼ੁਰੂ ਹੋਇਆ ਵੇ, ਉਹਨੂੰ ਕਿਆਮਤ ਤੱਕ ਉਂਝ ਹੀ ਲੈ ਕੇ ਚੱਲਣ ਦੀ ਤੌਫੀਕ ਅਤਾ ਫਰਮਾਵੇ। ਕਿਉਂਕਿ ਜਿਹੜੇ ਕੰਮ ਮੇਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਨਹੀਂ ਕੀਤੇ, ਉਹਨਾਂ ਦੀ ਫੈਮਿਲੀ 'ਚ ਉਹਨਾਂ ਦੀ ਅਜ਼ਵਾਜ ਨੇ ਨਹੀਂ ਕੀਤੇ, ਉਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਨਹੀਂ ਕੀਤੇ,
ਉਹਨਾਂ ਨੂੰ ਤੁਸੀਂ ਵੀ ਨਾ ਕਰਕੇ ਨਾ ਤੇ ਛੋਟੇ ਨਹੀਂ ਪਵੋਗੇ, ਲਿਹਾਜ਼ਾ ਅੱਲਾ ਦੇ ਨਜ਼ਦੀਕ ਤੁਹਾਡਾ ਮਾਮਲਾ ਬਿਹਤਰ ਹੋ ਜਾਏਗਾ। ਇੱਕ ਹੋਰ ਗੱਲ ਕਰਨਾ ਚਾਹਾਂਗੀ ਕਿ ਕਹਿੰਦੇ ਨੇ ਕਿ ਨਬੀ ਨਾਲ ਇਸ਼ਕ ਕਰਨਾ ਚਾਹੀਦਾ ਹੈ। ਆਸ਼ਕਾਂ ਨੇ ਰਸੂਲ ਨੂੰ ਜਸ਼ਨ ਈਦ ਮਿਲਾਦੁਨ ਨਬੀ ਮੁਬਾਰਕ ਹੋਵੇ, ਯਾਨੀ ਕਿ ਨਬੀ ਦੇ ਆਸ਼ਕ ਜਿਹੜੇ ਨੇ, ਅਸੀਂ ਕਹਿੰਦੇ ਹਾਂ ਕਿ ਨਬੀ ਨਾਲ ਮੁਹੱਬਤ ਕਰਨੀ ਚਾਹੀਦੀ ਹੈ, ਕਿਉਂਕਿ ਮੁਹੱਬਤ ਦਾ ਲਫ਼ਜ਼ ਜਿਹੜਾ ਨਾ ਇੱਕ ਬੜਾ ਪਕੀਜ਼ਾ ਜਿਹਾ ਲਫ਼ਜ਼ ਹੈ। ਜਿਵੇਂ ਮੈਂ ਅੱਲਾਹ ਤਾਲਾ ਸਾਡੇ ਨਾਲ ਮੁਹੱਬਤ ਕਰਦਾ ਵੇ, ਅਸੀਂ ਇਹ ਤਾਂ ਨਹੀਂ ਕਹਿ ਸਕਦੇ ਅੱਲਾਹ ਸਾਡੇ ਨਾਲ ਇਸ਼ਕ ਕਰਦਾ ਹੈ। ਅਸੀਂ ਕਹਿੰਦੇ ਹਾਂ ਕਿ ਜਿਵੇਂ ਮੈਨੂੰ ਮੇਰੇ ਬਾਪ ਨਾਲ ਪਿਆਰ ਹੈ, ਮੁਹੱਬਤ ਹੈ, ਮੈਂ ਤਾਂ ਨਹੀਂ ਕਹਿ ਸਕਦੀ ਮੈਨੂੰ ਮੇਰੇ ਪਿਓ ਨਾਲ ਇਸ਼ਕ ਹੈ, ਜਾਂ ਮੈਂ ਤਾਂ ਨਹੀਂ ਕਹਿ ਸਕਦੀ ਮੈਨੂੰ ਮੇਰੇ ਭਰਾ ਨਾਲ ਇਸ਼ਕ ਹੈ, ਜਾਂ ਭਰਾ ਤਾਂ ਨਹੀਂ ਕਹਿ ਸਕਦਾ ਮੈਨੂੰ ਆਪਣੀ ਭੈਣ ਨਾਲ ਇਸ਼ਕ ਹੈ। ਇਹ ਇਸ਼ਕ ਦਾ ਲਫ਼ਜ਼ ਜਿਹੜਾ ਨਾ ਇੱਕ ਬਾਜ਼ਾਰੀ ਜਿਹਾ ਲਫ਼ਜ਼ ਲੱਗਦਾ ਹੈ, ਇੱਕ ਬੜਾ ਉਬਾਸ਼ ਜਿਹਾ ਲਫ਼ਜ਼ ਲੱਗਦਾ ਹੈ, ਇੱਕ ਜਿਹੜਾ ਗੰਦਾ ਜਿਹਾ ਲਫ਼ਜ਼ ਲੱਗਦਾ ਹੈ। ਜਦੋਂ ਇਹ ਲਫ਼ਜ਼ ਅਸੀਂ ਘਰ ਦੇ ਜੀਆਂ ਵਾਸਤੇ ਨਹੀਂ ਬੋਲ ਸਕਦੇ, ਇੱਕ ਗੰਦਾ ਜਿਹਾ ਲਫ਼ਜ਼ ਲੱਗਦਾ ਵੇ, ਤੇ ਇਹ ਨਬੀ ਵਾਸਤੇ ਕਿਸ ਤਰ੍ਹਾਂ ਅਸੀਂ ਸੂਟ ਕਰ ਲਈਏ ਕਿ ਅਸੀਂ ਨਬੀ ਨਾਲ ਇਸ਼ਕ ਕਰਨੇ ਆ। ਸਾਨੂੰ ਨਬੀ ਨਾਲ, ਨਬੀ ਦੀ ਆਲ ਔਲਾਦ ਨਾਲ ਮੁਹੱਬਤ ਹੈ। ਮਲਾਦ ਕਰਾਣੇ, ਦੇਗਾਂ ਪਕਵਾਉਣੀਆਂ, ਲੋਕਾਂ ਨੂੰ ਖਾਣੇ ਖਿਲਾਣੇ, ਤੇ ਲੇਕਿਨ ਜਿਸ ਚੀਜ਼ ਦਾ ਹੁਕਮ ਦਿੱਤਾ ਗਿਆ ਨਾ ਨਮਾਜ਼ ਦਾ, ਉਹ ਇਹਨਾਂ ਨੇ ਛੱਡ ਦੇਣੀ ਹੈ। ਨਮਾਜ਼ਾਂ ਕਜ਼ਾ ਕਰਕੇ ਵੀ ਨਹੀਂ ਇਹਨਾਂ ਨੇ ਪੜ੍ਹਨੀਆਂ। ਫਿਰ ਉਸ ਦਫਾ ਥਕਾਵਟ ਹੋ ਜਾਂਦੀ ਹੈ, ਫਿਰ ਕਹਿ ਦਿੰਦੇ ਨੇ ਅੱਛਾ ਫਿਰ ਪੜ੍ਹ ਲਾਂਗੇ, ਇਹ ਗੱਲ ਫਿਰ ਤੇ ਚਲੀ ਜਾਂਦੀ ਹੈ। ਤੇ ਦਿਨ ਦਾ ਕੀ ਪਤਾ ਕਿਹੜਾ ਹਿੱਸਾ ਹੋਵੇ ਜਿਹੜਾ ਸਾਡੀ ਮੌਤ ਦਾ ਪੈਗਾਮ ਲੈ ਕੇ ਆ ਜਾਵੇ, ਕਿਉਂਕਿ ਮੌਤ ਵੀ ਇੱਕ ਬੇਖਬਰ ਪੈਗਾਮ ਹੈ ਨਾ। ਜਦੋਂ ਅਸੀਂ ਆਪਣੇ ਕੰਮਾਂ ਕਾਰਾਂ 'ਚ ਲੱਗੇ ਹੋਵਾਂਗੇ ਤੇ ਅੱਲਾ ਦੀ ਤਰਫੋਂ ਪੈਗਾਮ ਆ ਜਾਏਗਾ ਤੇ ਅਸੀਂ ਕੀ ਕਰਾਂਗੇ। ਤੇ ਅੱਲਾਹ ਤਾਲਾ ਤੁਹਾਡੀ ਤੇ ਮੇਰੀ ਆਖਰਤ ਅੱਛੀ ਕਰੇ ਤੇ ਸਾਨੂੰ ਦੀਨ ਦੇ ਸਹੀ ਰਸਤੇ ਤੇ ਚੱਲਣ ਦੀ ਤੌਫੀਕ ਦੇਵੇ, ਤੇ ਸਹੀ ਰਸਤਾ ਕਿਸੇ ਨੂੰ ਦੱਸਣਾ। ਜਿਹੜਾ ਤੁਹਾਨੂੰ ਕੱਚੇ ਰਸਤੇ ਤੋਂ ਪੱਕੇ ਰਸਤੇ ਦਾ ਵੀ ਦੱਸ ਦੇਵੇ ਨਾ ਕਿ ਇਹ ਕੱਚਾ ਰਸਤਾ ਜੇ, ਇਹ ਤੁਹਾਨੂੰ ਖੱਜਲ ਖਰਾਬ ਕਰੇਗਾ, ਉਹ ਪੱਕਾ ਰਸਤਾ ਵੇ, ਤੁਸੀਂ ਉਧਰ ਥਾਣੀ ਚਲੇ ਜਾਓ, ਤੇ ਉਹਦੀ ਮੰਨ ਲੈਣੀ ਚਾਹੀਦੀ ਹੈ। ਆਪਣੀ ਹੂੜ ਮਤ ਨਹੀਂ ਕਰੀਦੀ ਹੁੰਦੀ। ਇਹ ਮੇਰੀਆਂ ਗੱਲਾਂ ਤੁਹਾਡੇ ਫਾਇਦੇ ਵਾਸਤੇ ਨੇ। ਇਨਸ਼ਾ ਅੱਲਾਹ ਤਾਲਾ ਤੁਹਾਨੂੰ ਇਹਨਾਂ 'ਤੇ ਚੱਲ ਕੇ ਨੁਕਸਾਨ ਨਹੀਂ ਹੋਵੇਗਾ। ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਮੁਹੱਬਤ ਦਿਖਾਣੀ ਹੈ ਤੇ ਪੂਰਾ ਸਾਲ ਦਿਖਾਓ, ਕਿਉਂਕਿ ਮੇਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਜਦੋਂ ਦੁਨੀਆ ਬਣੀ ਉਦੋਂ ਹੀ ਅੱਲਾਹ ਤਾਲਾ ਨੇ ਉਹਨਾਂ ਦਾ ਨਾਂ ਲਿਖ ਦਿੱਤਾ ਸੀ ਆਪਣੇ ਨਾਲ ਕਿ ਮੇਰਾ ਇੱਕ ਆਖਰੀ ਨਬੀ ਆਣਾ ਵੇ। ਤੇ ਜਦੋਂ ਉਦੋਂ ਦੀ ਦੁਨੀਆ ਬਣੀ ਤੇ ਉਦੋਂ ਦਾ ਦੱਸ ਦਿੱਤਾ ਗਿਆ ਕਿ ਮੇਰਾ ਨਬੀ ਹੈ, ਤੇ ਉਦੋਂ ਤੱਕ ਉਸ ਤੋਂ ਪਿਛਲੀ ਉਮਤ ਵੀ ਨਹੀਂ ਸੀ ਮਨਾਉਂਦੀ। ਉਸ ਤੋਂ ਪਿਛਲੀ ਉਮਤ ਨੂੰ ਵੀ ਪਤਾ ਸੀ ਕਿ ਇੱਕ ਆਖਰੀ ਨਬੀ ਆਏਗਾ। ਤੇ ਜਦੋਂ ਆਪ ਸੱਲਮ ਆਏ ਦੁਨੀਆ ਦੇ ਉੱਤੇ, ਤੇ ਅੱਲਾਹ ਤਾਲਾ ਨੇ ਬੇਸ਼ੱਕ ਬੜੀਆਂ ਖੁਸ਼ੀਆਂ ਦਾ ਦਿਨ ਹੋਵੇਗਾ ਕਿ ਆਖਰੀ ਨਬੀ ਸੀ, ਲੇਕਿਨ ਸਾਨੂੰ ਮਨਾਉਣ ਦਾ ਕਿਤੇ ਵੀ ਹੁਕਮ ਨਹੀਂ ਦਿੱਤਾ ਗਿਆ। ਕੁਰਾਨ ਤੋਂ ਦਲੀਲਾਂ ਲਿਆਂਦੇ ਜੇ ਕਿ ਅੱਲਾਹ ਨੇ ਕਿਹਾ ਮੇਰੀ ਨਿਅਮਤਾਂ ਦਾ ਸ਼ੁਕਰ ਅਦਾ ਕਰੋ, ਮੇਰੇ ਸਾਰੇ ਦਾ ਮੰਨਣੇ ਆ ਸਾਰੀਆਂ ਗੱਲਾਂ, ਲੇਕਿਨ ਜਿਸ ਤਰ੍ਹਾਂ ਮਨਾਉਣ ਦਾ ਹੱਕ ਹੈ ਨਾ, ਮਨਾਉਣ ਦਾ ਇਹੀ ਹੱਕ ਹੈ ਕਿ ਕੁਰਾਨ ਪਾਕ ਨੂੰ ਖੋਲ੍ਹ ਕੇ ਪੜ੍ਹੋ, ਤਰਜਮੇ ਦੇ ਨਾਲ ਪੜ੍ਹੋ, ਨਮਾਜ਼ ਪੜ੍ਹੋ, ਕਿਸੇ ਦੇ ਹੱਕ ਹਕੂਕ ਨਾ ਮਾਰੋ, ਸੱਚ ਬੋਲੋ, ਝੂਠ ਨਾ ਬੋਲੋ। ਲੇਕਿਨ ਇਹਨਾਂ ਸਾਰੀਆਂ ਗੱਲਾਂ ਨੂੰ ਲੋਕੀ ਸਾਈਡ 'ਤੇ ਰੱਖਦੇ ਨੇ ਤੇ ਕਹਿੰਦੇ ਨੇ ਕੋਈ ਗੱਲ ਨਹੀਂ, ਨਬੀ ਸਾਨੂੰ ਬਖਸ਼ਵਾ ਲੈਣਗੇ, ਨਬੀ ਸਾਡਾ ਜਿਹੜਾ ਨਾ ਉੱਥੇ ਸਾਡੀ ਸਿਫਾਰਿਸ਼ ਕਰ ਦੇਗਾ। ਤੇ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੇ ਚੱਚਾ ਨੂੰ ਵੀ ਕਿਹਾ ਕਿ ਚਚਾ ਮੇਰੇ ਮਾਲ 'ਚੋਂ ਜੋ ਕੁਛ ਮਰਜ਼ੀ ਲੈ ਲਵੋ, ਲੇਕਿਨ ਕਿਆਮਤ ਵਾਲੇ ਦਿਨ ਮੈਂ ਤੁਹਾਡਾ ਕੁਛ ਨਹੀਂ ਕਰ ਸਕਾਂਗਾ। ਫਿਰ ਆਪਣੀ ਫੁੱਫੀ ਨੂੰ ਇਹ ਅਲਫਾਜ਼ ਕਹੇ ਕਿ ਐ ਮੇਰੀ ਫੁੱਫੀ ਜਾਨ, ਮੇਰੇ ਮਾਲ 'ਚੋਂ ਜੋ ਕੁਛ ਮਰਜ਼ੀ ਲੈ ਲਵੋ, ਲੇਕਿਨ ਆਖਰਤ 'ਚ ਮੈਂ ਤੁਹਾਡੀ ਸਿਫਾਰਿਸ਼ ਨਹੀਂ ਕਰ ਸਕਾਂਗਾ। ਤੇ ਆਪਣੀ ਲਖਤੇ ਜਿਗਰ ਜਿਹੜੀ ਜੰਨਤ ਦੀਆਂ ਖਤੂਨਾਂ ਦੀਆਂ ਸਰਦਾਰ ਹੋਣਗੀਆਂ, ਤੇ ਆਪਣੀ ਬੇਟੀ ਬੀਬੀ ਫਾਤਮਾ ਨੇ ਵੀ ਕਿਹਾ ਕਿ ਐ ਫਾਤਮਾ ਤੂੰ ਆਪਣੇ ਅਮਾਲਾਂ ਤੋਂ ਬਖਸ਼ੀ ਜਾਏਂਗੀ, ਇਹ ਨਾ ਸਮਝੀ ਕਿ ਤੇਰਾ ਬਾਪ ਨਬੀ ਹੈ ਤੇ ਉਹ ਤੈਨੂੰ ਬਖਸ਼ਵਾ ਲੇਗਾ। ਆਪ ਨੇ ਤੇ ਆਪਣੇ ਘਰ ਵਾਲਿਆਂ ਨੂੰ, ਅਜ਼ੀਜ਼ਾਂ ਨੂੰ ਇਹਨੇ ਅਲਫਾਜ਼ ਕਹਿਤੇ, ਤੇ ਤੁਸੀਂ ਮੈਂ ਤਾਂ ਫਿਰ ਉਮਤੀ ਹਾਂ। ਅੱਲਾਹ ਤਾਲਾ ਸਾਨੂੰ ਬੇਸ਼ੱਕ ਬਖਸ਼ਣ ਤੇ ਕਾਦਰ ਹੈ, ਪਰ ਸਾਡੇ ਅਮਾਲਾਂ ਦੇ ਜ਼ਰੀਏ, ਕਿਉਂਕਿ ਮੇਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਸਾਡੇ ਤੱਕ ਪੈਗਾਮ ਖੁੱਲ੍ਹਾ ਅਤੇ ਵਾਜ਼ਿਆ ਪਹੁੰਚਾਤਾ ਹੈ। ਵਾਜ਼ਿਆ ਇੱਕ ਅਲਫਾਜ਼ 'ਚ ਉਹਨਾਂ ਨੇ ਦੱਸ ਦਿੱਤਾ ਹੈ ਕਿ ਮੇਰੇ 'ਤੇ ਨਾ ਰਹਿਣਾ, ਆਪਣੇ ਅਮਾਲ ਅੱਛੇ ਕਰੋ, ਆਪਣੇ ਅਮਲ ਅੱਛੇ ਕਰੋਗੇ ਤੇ ਉਹਨਾਂ ਦੇ ਜ਼ਰੀਏ ਤੁਸੀਂ ਬਖਸ਼ੇ ਜਾਣਾ ਹੈ। ਤੇ ਇਨਸ਼ਾ ਅੱਲਾਹ ਤਾਲਾ ਜਦੋਂ ਤੁਸੀਂ ਕੁਰਾਨ ਪੜ੍ਹੋਗੇ ਤੁਹਾਡੇ ਦਿਲ ਨੂੰ
ਵਾਕਈ ਤਸਕੀਨ ਮਿਲ ਜਾਏਗੀ, ਤੁਹਾਡੇ ਦਿਲ ਨੂੰ ਵਾਕਈ ਸਕੂਨ ਮਿਲੇਗਾ। ਤੁਹਾਨੂੰ ਵਾਕਈ ਪਤਾ ਚੱਲੇਗਾ ਕਿ ਕੁਰਾਨ ਹਦਾਇਤ ਦੀ ਕਿਤਾਬ ਹੈ। ਇਹ ਕੁਰਾਨ ਇਤਨੀ ਕੁ ਪਿਆਰੀ ਕਿਤਾਬ ਹੈ ਕਿ ਅੱਲਾਹ ਤਾਲਾ ਨੇ ਸਾਡੇ ਵਾਸਤੇ, ਸਾਡੀ ਹਦਾਇਤ ਵਾਸਤੇ ਅੱਜ ਤੋਂ 1400 ਸਾਲ ਪਹਿਲੇ ਭੇਜੀ। ਲੇਕਿਨ ਜਦੋਂ ਅਸੀਂ ਅੱਜ ਵੀ ਉਹਨੂੰ ਖੋਲ੍ਹਦੇ ਹਾਂ ਨਾ, ਤਾਂ ਇੰਝ ਲੱਗਦਾ ਜਿਵੇਂ ਇਹ ਅੱਜ ਹੀ ਨਾਜ਼ਲ ਹੋਇਆ, ਇਹ ਅੱਜ ਦੇ ਦੌਰ 'ਤੇ ਨਾਜ਼ਲ ਹੋਇਆ। ਉਹ ਲੱਗਦਾ ਜਿਵੇਂ ਮੇਰੇ 'ਤੇ ਹੀ ਨਾਜ਼ਲ ਹੋਇਆ। ਉਹ ਲੱਗਦਾ ਤੁਸੀਂ ਪੜ੍ਹੋਗੇ ਤੁਹਾਨੂੰ ਲੱਗੇਗਾ ਇਹ ਤੁਹਾਡੇ 'ਤੇ ਨਾਜ਼ਲ ਹੋਇਆ, ਕਿਉਂਕਿ ਇਹ ਸਾਨੂੰ ਦੁਨੀਆ ਦੀ ਹਕੀਕਤ ਦੱਸਣ ਵਾਸਤੇ ਆਇਆ। ਇਹਦੀ ਇੱਕ ਇੱਕ ਆਇਤ ਜਿਹੜੀ ਹੈ ਪੁਰਾਣੇ ਲੋਕਾਂ 'ਤੇ ਵੀ ਫਿੱਟ ਹੁੰਦੀ ਸੀ, ਹੁਣ ਦੇ ਲੋਕਾਂ 'ਤੇ ਵੀ ਹੁੰਦੀ ਹੈ। ਅਤੇ ਜੇ ਅਗਰ ਮਿਲਾਦ ਮਨਾਉਣਾ ਹੈ ਤਾਂ ਸਾਰਾ ਸਾਲ ਮਨਾਓ, ਸਾਰਾ ਸਾਲ ਨਬੀ ਦੀ ਚਾਹਤ 'ਚ ਉਹਨਾਂ ਦੇ ਪੈਦਾਇਸ਼ ਦੇ ਦਿਨ 'ਤੇ ਰੋਜ਼ਾ ਰੱਖੋ, ਜਿਹੜੀ ਉਹਨਾਂ ਨੇ ਖੁਦ ਰੱਖ ਕੇ ਤੁਹਾਨੂੰ ਦੱਸਿਆ ਕਿ ਮੈਂ ਆਪਣੀ ਪੈਦਾਇਸ਼ ਦੇ ਦਿਨ 'ਤੇ ਰੋਜ਼ਾ ਰੱਖਣਾ ਸਾਂ। ਅਤੇ ਤੁਸੀਂ ਉਹਨਾਂ ਦਾ ਮਿਲਾਦ ਮਨਾ ਕੇ ਅਤੇ ਅਸੀਂ ਕੀ ਸਾਬਤ ਕਰਨਾ ਚਾਹੁੰਦੇ ਹਾਂ? ਦੀਨ ਦਾ ਅਸਲ ਮਕਸਦ ਜਿਹੜਾ ਹੈ ਉਹਦੇ ਤੱਕ ਪਹੁੰਚੋ, ਦੀਨ ਨੂੰ ਵਿਗਾੜੋ ਨਾ ਇਹਦੇ 'ਚ ਬਿਦਅਤ ਸ਼ਾਮਿਲ ਕਰੋ। ਅੱਲਾਹ ਤਾਲਾ ਤੁਹਾਨੂੰ ਅਤੇ ਮੈਨੂੰ ਦੀਨ ਦੀ ਸੱਚੀ ਅਤੇ ਪੱਕੀ ਮੁਹੱਬਤ ਨਸੀਬ ਅਤਾ ਫਰਮਾਏ, ਅਤੇ ਐਸੀ ਮੁਹੱਬਤ ਅਤਾ ਫਰਮਾਏ ਕਿ ਅਸੀਂ ਵਾਕਈ ਨਬੀ ਦੇ ਪਿਆਰੇ ਹੋ ਜਾਈਏ, ਨਬੀ ਦੇ ਮੁਹੱਬਤ ਕਰਨ ਵਾਲੇ ਹੋ ਜਾਈਏ, ਨਬੀ ਦੀ ਚਾਹਤ ਕਰਨ ਵਾਲੇ ਹੋ ਜਾਈਏ, ਨਬੀ ਦੀ ਐਸੀ ਚਾਹਤ ਕਰੀਏ ਕਿ ਗੈਰ ਮੁਸਲਿਮ ਵੇਖ ਕੇ ਸਾਡੇ ਨਬੀ 'ਤੇ ਈਮਾਨ ਲੈ ਆਉਣ, ਸਾਨੂੰ ਵੇਖਣ 'ਤੇ ਵਾਕਈ ਕਹਿਣ ਕਿ ਉਹ ਕਿੱਡਾ ਸੋਹਣਾ ਨਬੀ ਹੋਏਗਾ, ਜਿਹਦੀ ਏਡੀ ਸੋਹਣੀ ਉਮਤ ਹੈਗੀ ਹੈ। ਅਤੇ ਉਸ ਉਮਤ ਨੂੰ ਦੱਸਣਾ ਨਾ ਪਵੇ, ਕਿਉਂਕਿ ਅੱਜ ਵੀ ਇਸਲਾਮੀ ਮੁਲਕ ਜਿਹੜਾ ਸਾਊਦੀ ਅਰਬ, ਉੱਥੇ ਇਹ ਦਿਨ ਨਹੀਂ ਮਨਾਇਆ ਜਾਂਦਾ। ਲੋਕ ਉੱਥੇ ਹੋ ਕੇ ਵੀ ਆਉਂਦੇ ਨੇ, ਹਜ ਉਮਰਾ ਵੀ ਕਰਕੇ ਆਉਂਦੇ ਨੇ, ਰਬੀਉਲ ਅਵਲ ਦੇ ਮਹੀਨੇ 'ਚ ਵੀ ਜਾਂਦੇ ਨੇ, ਅਤੇ ਲੇਕਿਨ ਉੱਥੇ ਕੋਈ ਝੰਡੀਆਂ ਨਹੀਂ ਲੱਗੀਆਂ ਹੁੰਦੀਆਂ, ਉੱਥੇ ਕੋਈ ਜਸ਼ਨ ਨਹੀਂ ਹੁੰਦੇ, ਉੱਥੇ ਕੋਈ ਮਿਲਾਦ ਨਹੀਂ ਹੁੰਦਾ। ਫਿਰ ਅਫਸੋਸ ਦਾ ਮਕਾਮ ਇਹ ਵੇ ਕਿ ਲੋਕ ਉੱਥੋਂ ਆ ਕੇ ਪਤਾ ਕੀ ਕਹਿੰਦੇ ਨੇ ਕਿ ਉਹ ਲੋਕ ਹਵਾਬੀ ਨੇ, ਉਹ ਇਸ ਕਰਕੇ ਇਹ ਕੰਮ ਨਹੀਂ ਕਰਦੇ, ਅਸੀਂ ਸੁੰਨੀ ਆ ਨਾ ਤੇ ਅਸੀਂ ਇਹ ਕੰਮ ਕਰਨੇ ਆ। ਦੇਖੋ ਉਹਨਾਂ ਦਾ ਵੀ ਨਬੀ ਉਹੀ, ਸਾਡਾ ਨਬੀ ਵੀ ਉਹੀ। ਅਸੀਂ ਲੋਕ ਉੱਥੇ ਦੀਨ ਆਇਆ, ਉੱਥੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦਾ ਰੋਜ਼ਾ, ਉੱਥੇ ਅੱਲਾਹ ਪਾਕ ਦਾ ਘਰ, ਉੱਥੇ ਦੀਨ ਆਇਆ, ਉੱਥੋਂ ਦੀਨ ਸਾਰੀ ਦੁਨੀਆ 'ਤੇ ਫੈਲਿਆ। ਜਿਹੜਾ ਕੰਮ ਉੱਥੇ ਨਹੀਂ ਹੋਣ ਦਿਆ ਤੁਸੀਂ ਆਪਣੇ ਇੱਥੇ ਘਰਾਂ 'ਚ ਕਰੋਗੇ ਅਤੇ ਉਹ ਦੀਨ ਦੇ ਨਾਲ ਕਿਸ ਤਰ੍ਹਾਂ ਰਲ ਜਾਏਗਾ? ਅੱਲਾਹ ਤੁਹਾਨੂੰ ਐਡਾ ਸ਼ਊਰ ਦੇਵੇ, ਅੱਲਾਹ ਤੁਹਾਨੂੰ ਅਕਲ 'ਚ ਇਜ਼ਾਫਾ ਕਰੇ, ਤੁਹਾਨੂੰ ਦੀਨ ਦੇ ਨਾਲ ਜੋੜ ਦੇਵੇ, ਉਹ ਦੀਨ ਜਿਹੜਾ ਮੇਰਾ ਨਬੀ ਸੱਲੱਲਾਹੁ ਅਲੈਹਿ ਵਸੱਲਮ ਲੈ ਕੇ ਆਏ ਸਨ। ਮੇਰੇ ਨਬੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਬੜੇ ਪਰੇਸ਼ਾਨ ਹੁੰਦੇ ਸਨ, ਜਦੋਂ ਲੋਕ ਉਹਨਾਂ ਦੀ ਗੱਲ ਨਹੀਂ ਸਨ ਨਾ ਮੰਨਦੇ ਅਤੇ ਬੜੇ ਹੀ ਪਰੇਸ਼ਾਨ ਹੋ ਜਾਂਦੇ ਹੁੰਦੇ ਸਨ। ਅਤੇ ਮੇਰੇ ਅੱਲਾਹ ਤਾਲਾ ਨੇ ਫਰਮਾਇਆ ਕਿ ਐ ਨਬੀ ਤੁਹਾਡਾ ਕੰਮ ਹੈ ਸਿਰਫ ਪਹੁੰਚਾ ਦੇਣਾ, ਬਾਕੀ ਇਹਨਾਂ ਨੂੰ ਹਦਾਇਤ ਦੇਣਾ ਮੇਰਾ ਕੰਮ ਹੈ। ਅਤੇ ਲਿਹਾਜ਼ਾ ਅਸੀਂ ਵੀ ਆਪਣੇ ਨਬੀ ਦੀ ਸੁਨਨਤ ਨੂੰ ਅਪਣਾਉਂਦੇ ਹੋਏ ਆਪਣੀ ਇੱਕ ਐਸੀ ਗੱਲ ਦੱਸ ਦਿੰਦੇ ਹਾਂ ਕਿ ਤੁਹਾਨੂੰ ਅੱਲਾਹ ਤਾਲਾ ਜਿਹੜਾ ਨਾ, ਜਿਸ ਤਰ੍ਹਾਂ ਅੱਲਾਹ ਨੇ ਮੇਰਾ ਦਿਲ ਫੇਰਿਆ, ਮੇਰਾ ਜ਼ਿਹਨ ਫੇਰਿਆ ਕੁਰਾਨ ਪਾਕ ਪੜ੍ਹਨ ਦੇ ਨਾਲ, ਕੁਰਾਨ ਦਾ ਤਰਜਮਾ ਪੜ੍ਹਨ ਦੇ ਨਾਲ। ਅਗਰ ਤੁਸੀਂ ਕੁਰਾਨ ਨੂੰ ਸਮਝ ਕੇ ਪੜ੍ਹੋਗੇ ਨਾ, ਤੁਹਾਨੂੰ ਮੇਰੀਆਂ ਗੱਲਾਂ ਯਕੀਨ ਕਰੋ ਬਿਲਕੁਲ ਹਕੀਕਤ ਲੱਗਣਗੀਆਂ। ਜਦ ਤੱਕ ਮੈਂ ਵੀ ਨਹੀਂ ਸੀ ਨਾ ਤਰਜਮਾ ਪੜ੍ਹਿਆ, ਮੈਂ ਵੀ ਸਮਝ ਨਹੀਂ ਸਾਂ ਕਿ ਇਹ ਸਾਰੇ ਕੰਮ ਠੀਕ ਨੇ, ਲੇਕਿਨ ਜਦੋਂ ਤਰਜਮਾ ਪੜ੍ਹਿਆ ਨਾ, ਉਦੋਂ ਸਾਨੂੰ ਵੀ ਪਤਾ ਚੱਲਿਆ ਕਿ ਹਾਂ ਕਈ ਗੱਲਾਂ ਸਾਡੇ ਵੱਡਿਆਂ ਨੇ ਜਿਹੜੀਆਂ ਕੀਤੀਆਂ ਸਨ ਨਾ, ਵੱਡੀਆਂ ਛੱਡੀਆਂ ਸਨ, ਉਹ ਵਾਕਈ ਜਿਹੜੀਆਂ ਨਾ ਉਹ ਕੋਈ ਫਿਲਮਾਂ ਦੀਆਂ ਕਹਾਣੀਆਂ ਕੋ ਨਹੀਂ ਸਨ, ਉਹ ਸੱਚੀਆਂ ਗੱਲਾਂ ਨਹੀਂ ਸਨ ਹੈਗੀਆਂ। ਕੁਰਾਨ ਨੇ ਸਾਨੂੰ ਸੱਚ ਦੇ ਰਸਤੇ 'ਤੇ ਲਾਇਆ, ਕੁਰਾਨ ਨੇ ਸਾਨੂੰ ਸੱਚ ਦੱਸਿਆ। ਵੱਡਿਆਂ ਨੂੰ ਅੱਲਾਹ ਪਾਕ ਨੇ, ਹੁਣ ਅਸੀਂ ਵੀ ਵੱਡੇ ਹਾਂ ਅਤੇ ਅਸੀਂ ਖੁਦ ਸਰਚ ਕੀਤਾ, ਅਸੀਂ ਖੁਦ ਕੋਸ਼ਿਸ਼ ਕੀਤੀ, ਅੱਲਾਹ ਨੇ ਸਾਨੂੰ ਤੌਫੀਕ ਦਿੱਤੀ, ਅੱਲਾਹ ਦੀ ਤੌਫੀਕ ਨਾਲ ਅਸੀਂ ਉਹਨਾਂ ਮਦਰਸਿਆਂ 'ਚ ਗਏ, ਅਸੀਂ ਤਰਜਮੇ ਪੜ੍ਹੇ। ਮੇਰੇ ਕੋਲ ਕੋਈ ਇੰਨਾ ਜ਼ਿਆਦਾ ਇਲਮ ਤਾਂ ਨਹੀਂ ਹੈ, ਨਾ ਮੈਂ ਕੋਈ ਏਡੀ ਜ਼ਿਆਦਾ ਆਲਮਾ ਫਾਜ਼ਲਾ ਹਾਲੇ ਬਣੀ ਹਾਂ, ਲੇਕਿਨ ਯਕੀਨ ਕਰੋ ਇੰਨਾ ਥੋੜ੍ਹਾ ਇਲਮ ਦੀ ਵਜ੍ਹਾ ਤੋਂ ਵੀ ਮੇਰੇ ਕਹਿ ਲਓ ਕਿ 14 ਤਬਕ ਰੋਸ਼ਨ ਹੋ ਗਏ, ਮੇਰੀਆਂ ਅੱਖਾਂ ਖੁੱਲ੍ਹ ਗਈਆਂ। ਅੱਲਾਹ ਤਾਲਾ ਅੱਗੇ ਦੁਆ ਹੈ ਕਿ ਜਿਸ ਤਰ੍ਹਾਂ ਅੱਲਾਹ ਤਾਲਾ ਨੇ ਮੇਰੀ ਆਖਰਤ ਦਾ ਸਮਾਨ ਅੱਛਾ ਕਰਨ ਵਾਸਤੇ ਮੈਨੂੰ ਇੰਨੀ ਅਕਲ ਦਿੱਤੀ, ਮੈਨੂੰ ਚੁਣਿਆ ਕਿ ਮੈਂ ਕੁਰਾਨ ਦਾ ਤਰਜਮਾ ਪੜ੍ਹਾਂ ਅਤੇ ਉਹਦੇ ਰਸਤੇ 'ਤੇ ਸਹੀ ਤਰ੍ਹਾਂ ਉਸ ਤਰ੍ਹਾਂ ਹੀ ਚੱਲਾਂ ਜਿਸ ਤਰ੍ਹਾਂ ਮੇਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਸੀ। ਮੈਂ ਇਖਲਾਕ ਅੱਛਾ ਕਰਾਂ, ਮੈਂ ਆਪਣੇ ਰਿਸ਼ਤਿਆਂ ਨੂੰ ਅੱਛਾ ਰੱਖਾਂ, ਜਿਹੜਾ ਮੇਰੇ ਤੋਂ ਨਾਰਾਜ਼ ਹੈ ਮੈਂ ਉਹਨਾਂ ਕੋਲੋਂ ਮਾफ़ੀ ਮੰਗਣੀ ਆ ਇਸ ਵੀਡੀਓ ਦੇ ਜ਼ਰੀਏ, ਅਤੇ ਜਿਹੜਾ ਮੇਰੇ ਤੋਂ ਖੁਸ਼ ਹੈ ਅੱਲਾਹ ਉਹਨੂੰ ਸ਼ਾਦੋਬਾਦ ਰੱਖੇ। ਅੱਲਾਹ ਸਾਡੇ ਸਾਰੇ ਐਸੇ ਮਾਮਲਾਤ ਠੀਕ ਕਰ ਦੇਵੇ ਜਿਨ੍ਹਾਂ ਦੀ ਵਜ੍ਹਾ ਤੋਂ ਸਾਡੀ ਆਖਰਤ ਖ਼ਰਾਬ ਹੋਵੇ, ਕਿਉਂਕਿ ਹਕੂਕੁਲ ਇਬਾਦ ਦਾ ਵੀ ਅੱਲਾਹ ਤਾਲਾ ਨੇ ਪੁੱਛਣਾ ਹੈ, ਕਿਉਂਕਿ ਹਮਸਾਇਆਂ ਦੇ ਹਕੂਕ ਦਾ ਵੀ ਅੱਲਾਹ ਨੇ ਪੁੱਛਣਾ ਹੈ। ਜਿੱਥੇ ਤੁਹਾਡੀ ਨਹੀਂ ਨਾ ਚੱਲਦੀ ਉੱਥੇ ਚੁੱਪ ਹੋ ਜਾਵੋ,
ਬਾਕੀ ਮਾਮਲੇ ਤੁਸੀਂ ਅੱਲਾ ਤੇ ਛੱਡ ਦਿਓ, ਕਿਉਂਕਿ ਅੱਲਾ ਬਿਹਤਰ ਇਨਸਾਫ ਕਰਨ ਵਾਲਾ ਹੈ। 12 ਰਬੀਉਲ ਅਵਲ ਨੂੰ ਲੋਕਾਂ ਨੇ ਮਿਲਾਦ ਵੀ ਕਰਾਣੇ ਨੇ, ਝੰਡੀਆਂ ਵੀ ਲਗਾਉਣੀਆਂ ਨੇ, ਲਾਈਟਾਂ ਵੀ ਲਗਾਉਣੀਆਂ ਨੇ, ਲੇਕਿਨ ਉਹ ਕੰਮ ਨਹੀਂ ਕਰਨੇ ਜਿਹੜੇ ਨਬੀ ਦੀ ਸੁਨਨਤ ਨੇ। ਇਹ ਆਪੇ ਸੁਨਨਤ ਇਹਨਾਂ ਨੇ ਬਣਾ ਲਈ ਹੈ। ਅੱਲਾਹ ਤਾਲਾ ਇਹਨਾਂ ਨੂੰ ਅਕਲ ਦੇਵੇ, ਅੱਲਾਹ ਤਾਲਾ ਇਹਨਾਂ ਦੇ ਇਲਮ 'ਚ ਇਜ਼ਾਫਾ ਕਰੇ ਤੇ ਅੱਲਾਹ ਤਾਲਾ ਸਾਡੀ ਗੱਲ ਦੂਰ ਦੂਰ ਤੱਕ ਪਹੁੰਚਾਉਣ ਦੀ ਤੌਫੀਕ ਦੇਵੇ। ਤੁਹਾਡੇ 'ਚੋਂ ਜਿਹੜਾ ਮੇਰਾ ਭੈਣ ਭਰਾ ਸ਼ੇਅਰ ਕਰ ਦੇਗਾ, ਹੋ ਸਕਦਾ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਇੱਕ ਦੀ ਜ਼ਿੰਦਗੀ ਮੁਕੰਮਲ ਬਦਲ ਜਾਵੇ। ਕੋਈ ਆਪਣੀ ਜ਼ਿੰਦਗੀ ਨੂੰ ਵਾਕਈ ਇਸ ਸਾਈਡ 'ਤੇ ਲੈ ਆਵੇ ਕਿ ਜਿਸ ਤਰ੍ਹਾਂ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਸੁਨਨਤ ਹੈ, ਕਿਉਂਕਿ ਅਸੀਂ ਸੁਨਨਤ ਦੇ ਮੁਤਾਬਕ ਚੱਲਣਾ ਵੇ, ਨਾ ਕਿ ਆਪਣੀ ਮਰਜ਼ੀਆਂ ਦੇ ਮੁਤਾਬਿਕ। ਸਾਨੂੰ ਅੱਲਾਹ ਤਾਲਾ ਦੀਨ ਦੇ ਮੁਤਾਬਿਕ ਲੈ ਕੇ ਚੱਲੇ, ਤਾਂ ਕਿ ਜੰਨਤ ਜਿਹੜੀ ਹੈ ਸਾਡੇ ਤੋਂ ਦੂਰ ਨਾ ਹੋਵੇ, ਤਾਂ ਕਿ ਸਾਡੀ ਆਖਰਤ ਅੱਛੀ ਹੋ ਜਾਵੇ, ਜਿਹੜੀ ਸਦਾ ਦੀ ਜ਼ਿੰਦਗੀ ਹੈ। ਇਹ ਤਾਂ 4 ਦਿਨ ਦੀ ਜ਼ਿੰਦਗੀ ਹੈ। ਅੱਲਾ ਸਾਡੀ ਆਖਰਤ ਅੱਛੀ ਕਰੇ। ਤੇ ਮੇਰੇ ਉਹ ਭੈਣ ਭਰਾ ਜਿਨ੍ਹਾਂ ਨੂੰ ਮੇਰੀ ਵੀਡੀਓ ਅੱਛੀ ਲੱਗੇ, ਚੈਨਲ ਨੂੰ ਸਬਸਕ੍ਰਾਈਬ ਕਰਕੇ, ਵੀਡੀਓ ਨੂੰ ਲਾਈਕ ਕਰਕੇ ਤੇ ਘੰਟੀ ਦੇ ਬਟਨ ਨੂੰ ਆਲ ਤੇ ਪ੍ਰੈਸ ਕਰ ਦੇਣਾ, ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਨਾਲ ਮਿਲ ਜਾਏ। ਇਹਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਫ੍ਰੀ ਹੈ, ਨਾ ਇੱਥੇ ਪੈਸੇ ਲੱਗਣੇ ਨੇ ਔਰ ਨਾ ਇੱਥੇ ਤੁਹਾਡਾ ਅੰਗੂਠਾ ਪੀੜ ਹੋਣਾ ਵੇ। ਅਗਰ ਇਹਨੂੰ ਸ਼ੇਅਰ ਕਰ ਦਿਓਗੇ ਤੇ ਇਹਦਾ ਸਵਾਬ ਸਦਕਾ ਜਾਰੀਆ ਸਮਝ ਕੇ ਜਦ ਕਰੋਗੇ ਨਾ, ਤੇ ਤੁਹਾਨੂੰ ਸਾਰੀ ਜ਼ਿੰਦਗੀ ਮਿਲਦਾ ਰਹੇਗਾ। ਅੱਲਾਹ ਤਾਲਾ ਤੁਹਾਡੀ ਮੇਰੀ ਸਾਰਿਆਂ ਦੀ ਆਖਰਤ ਅੱਛੀ ਕਰੇ। ਆਮੀਨ ਬੋਲ ਕੇ ਤੇ ਅਲਹਮਦੁਲਿਲਾ ਜ਼ਰੂਰ ਲਿਖ ਦੇਣਾ, ਕਿਉਂਕਿ ਹੋ ਸਕਦਾ ਵੇ ਕਿ ਸਾਡੇ ਕੋਲ ਅਲਹਮਦੁਲਿਲਾ ਕਹਿਣ ਦਾ ਟਾਈਮ ਨਾ ਹੋਵੇ, ਤੇ ਇੱਕ ਅਲਹਮਦੁਲਿਲਾ ਕਹਿਣਾ ਅੱਲਾਹ ਤਾਲਾ ਦੀਆਂ ਤਮਾਮ ਨਿਅਮਤਾਂ ਦਾ ਸ਼ੁਕਰ ਅਦਾ ਹੋ ਜਾਂਦਾ ਹੈ। ਤੇ ਸੁਭਾਨ ਅੱਲਾਹ ਕਹਿਣ ਦੇ ਨਾਲ ਜੰਨਤ 'ਚ ਇੱਕ ਦਰਖਤ ਲੱਗ ਜਾਂਦਾ ਵੇ। ਤੇ ਅੱਲਾਹ ਤਾਲਾ ਤੁਹਾਡੇ ਇੰਨੇ ਕੁ ਦਰਖਤ ਲਗਾਵੇ ਕਿ ਤੁਹਾਡੇ ਉੱਥੇ ਬਾਗ ਬਣ ਜਾਣ, ਤੁਹਾਡੇ ਮਹਿਲ ਬਣ ਜਾਣ, ਤੇ ਤੁਹਾਡੀ ਆਖਰਤ ਬਹੁਤ ਅੱਛੀ ਹੋ ਜਾਵੇ। ਅੱਲਾਹ ਤਾਲਾ ਸਾਨੂੰ ਦੀਨ ਦੀ ਸਮਝ ਦੇਵੇ। ਜਜ਼ਾਕ ਅੱਲਾਹੁ ਖੈਰ। ਆਪਣੀਆਂ ਦੁਆਵਾਂ 'ਚ ਯਾਦ ਰੱਖਣਾ। अस्सलामु अलैकुम व रहमतुल्लाहि व बरकातुहू।